जैसे नीव सखान कृपाला, अब लोक्यो कालो जे काला। बोलत बहादुर बचन विसाला, वाहिगुरु जी का खालसा वाहिगुरु जी की फतेह। परम सम्मान जो गुरु की साजिश बाजी, गुरु खालसा संगत जीओ। प्रथम दोनों हाथ जोड़ करके मन तन आत्मा स्वर करके जिस तरह सतगुरां दे पावन दरबार अंदर हाजरी होकर करके हाजरी लगा रहे हो, आओ प्रेम से गुर फतेह साझी करिए। गज गज के फतेह बुलाओ जी। वाहिगुरु जी का खालसा वाहिगुरु जी की फतेह। ये जो फतेह है सतगुरां नूं बख्शी हुई, सारियां जीवन विच फतेह नसीब होवे। जेकर फतेह नसीब हो जाए, जीव का आना सफल है। आए तो हम, पर जीवन को सफल करने का जो ढंग है उसे प्राप्त नहीं है। जीवन मंजिले मकसूद किस तरह होना है, ये गुरु की शरण में आके पता लगता है। गुरु जीवन जाच दसदा है, पूरने पाप के दसदा है। जिथे गुरु को फिक्र है साडे खान की, साडे पहरान की, उथे गुरु ने इस गल का भी फिक्र है, ये जो प्राणी, ये जो जीव समस्त श्रेणियां ऊपर है, किते इहदा शुमार, किते इहदी गिनती पशुआं विच ना हो जाए। आखो सतनाम वाहिगुरू। आवन आए श्रेष्ठ में दिन बुझे पास तो, ये सतगुरां दे वचन है। इस प्रकार साडे जीवन में कि सृष्टि दे विच साडी रचना ते रच दित्ती गई। जीवन का ढांचा जितने भी सृष्टि के जीव ने उन्होंने रचना है। निरंकार तो असीं आकार प्राप्त करके आए हैं। जिवें जिवें सानूं संसार के अंदर वख-वख श्रेणियां का ज्ञान प्राप्त होता है, असीं किस होते हैं। जिन्नी भी कुल सृष्टि है मनुष्य को ज्ञान तो है, पर सारियां बारे नहीं। आखो सतनाम। असीं पढ़ते हैं गुरबाणी के अंदर 84 तक जोग ने उपाई, रिजक दिया सबको तद कहा। जिदण तो सृष्टि पैदा कर दी उदण तो ही परमेश्वर ने पहला रिजक दिता। आखो सतनाम। पहला देता है पिछों देता है। देखो कितना भाई परमेश्वर दयावान है जीवन के उत्ते। पहला रिजक पैदा करता है, फिर पिछे जीवन की रचना करता है। असीं उदों असीं किस्म होंदे हां, हैरान होंदे हां कि कल्ला जीवन भाव मनुष्यां नूं जीवन भोजन नहीं दे रहा। चार खाणियां ने, चार बाणियां ने, जिन्हां तो सृष्टि कुल मखलूक दा जीवन आ रहा है। परमेश्वर सारियां नूं रिजक दे रहा है। राजक रहीम है कि कारुण करीम है, सर्वं कली है कि सर्वं कली है। जवाब साहब इस तरह का कोई भी जीवन नहीं। चार खाणियां दे विच जीवन दे विच भोजन की उत्पत्ति ना होती होवे। सारियां राजक
ਸਾਧਕ ਰਹੀਮ ਪਰਮੇਸ਼ਰ ਭੋਜਨ ਦੇ ਰਿਹਾ ਹੈ, ਲਗਾਤਾਰ ਦੇ ਰਿਹਾ ਹੈ। ਔਰ ਫਿਰ ਕਦੀ ਉਹ ਕਿਸੇ ਦੇ ਗੁਨਾਹ ਐਬੋ ਹੁਨਰ ਨਹੀਂ ਵੇਖਦਾ। ਆਪੋ ਸਤਨਾਮ। ਜੇ ਕਿਸੇ ਨੇ ਸਾਡੀ ਡਿਊਟੀ ਲਾ ਦੇ ਨਾ ਤੇ ਲਗਭਗ ਸਮਸਤ ਦੁਨੀਆ ਦੇ ਵਿੱਚ ਅੱਧੇ ਜੀਵ ਭੁੱਖੇ ਰਹਿ ਜਾਂਦੇ ਨੇ, ਅੱਧੇ ਤੋਂ ਵੀ ਜ਼ਿਆਦਾ। ਆਪੋ ਸਤਨਾਮ। ਕਿਉਂਕਿ ਸਾਡੇ ਕੋਲ ਜਿਹੜਾ ਵੇਖਣ ਦਾ ਪੈਮਾਨਾ ਹੈ, ਪਹਿਲਾਂ ਅਸੀਂ ਕਿਸੇ ਦੇ ਔਗਣ ਵੇਖਦੇ ਹਾਂ, ਫਿਰ ਉਹਦੇ ਨਾਲ ਜੇ ਕੋਈ ਗੁਣ ਨਜ਼ਰ ਆਉਂਦਾ ਫਿਰ ਸਲਾਹ ਜੋੜਦੇ ਹਾਂ। ਪਰ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਇਹਨਾਂ ਦਾ ਸੁਭਾਅ ਨਹੀਂ ਰੱਖਦਾ। ਦੇਖਤ ਹੈ ਦੋਹਾਂ ਪਰ ਦੇਖਤ ਹੈ ਪਰ ਦੇਖ ਨਾ ਹੈ। ਆਪੋ ਸਤਨਾਮ। ਦੇਖਦਾ ਉਹ ਸਭ ਕੁਝ ਹੈ, ਗੁਨਾਹ ਵੀ ਦੇਖਦਾ ਹੈ, ਇਹੋ ਹੁਨਰ ਵੀ ਦੇਖਦਾ ਹੈ। ਪਰ ਇਹ ਨਹੀਂ ਕਿ ਜੇਕਰ ਔਗਣ ਵੇਖਦਾ ਤੇ ਫਿਰ ਉਹ ਦਿੰਦਾ ਨਹੀਂ। ਆਪੋ ਸਤਨਾਮ। ਚੋਰ ਨੂੰ ਵੀ ਦੇ ਰਿਹਾ ਹੈ, ਸਾਧ ਨੂੰ ਵੀ ਦੇ ਰਿਹਾ ਹੈ, ਸੰਤ ਨੂੰ ਵੀ ਦੇ ਰਿਹਾ ਹੈ, ਮਹਾਂਪੁਰਖਾਂ ਨੂੰ ਵੀ ਦੇ ਰਿਹਾ ਹੈ। ਨੀਚ ਤੋਂ ਨੀਚ ਕਰਮ ਕਰਨ ਵਾਲੇ ਪ੍ਰਾਣੀ ਨੂੰ ਵੀ ਉਹ ਭੁੱਖਾ ਨਹੀਂ ਜੇ ਰੱਖਦਾ। ਆਪੋ ਸਤਨਾਮ। ਤੇ ਫਿਰ ਅਸੀਂ ਕਿੱਥੇ ਉਹਦੇ ਬਰਾਬਰ ਹੋ ਸਕਦੇ, ਕਿਵੇਂ ਉਹਦੇ ਬਰਾਬਰ ਹੋ ਸਕਦੇ? ਤੇ ਸਾਡੇ ਸਾਰਿਆਂ ਦੇ ਵਾਸਤੇ ਇੱਕ ਭੋਜਨ ਰੱਖਿਆ ਹੈ, ਥਾਲ ਦੇ ਵਿੱਚ ਤੇ ਨਾ 7 ਇਹ ਥਾਲ ਸਾਰਿਆਂ ਗਾੜੀ ਪਰੋਸ ਕੇ ਰੱਖਿਆ। ਪਰਮੇਸ਼ਰ ਨੇ ਇਸ ਤਰ੍ਹਾਂ ਦਾ ਭੋਜਨ ਸਾਡੇ ਵਾਸਤੇ ਤਿਆਰ ਕੀਤਾ ਕਿ ਇਹ ਤੋਂ ਕੋਈ ਵੀ ਜੀਵ ਭੁੱਖਾ ਨਾ ਰਹੇ। ਸਾਰਿਆਂ ਨੂੰ ਜਿਸ ਭੋਜਨ ਦੇ ਨਾਲ ਤ੍ਰਿਸ਼ਟੀ ਆਉਣੀ ਹੈ ਉਹ ਹੈ ਇਹ ਜੋ ਪਰੋਸਿਆ ਹੋਇਆ ਥਾਲ। ਕੋਈ ਗਾਵੇ ਉਹ ਸੁਣੇ ਹਰ ਨਾਮਾ ਚਿਤ ਗਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਆਪੋ ਸਤਨਾਮ। ਇਹ ਭੋਜਨ ਕੇਵਲ ਤੇ ਕੇਵਲ ਸਥੂਲ ਸਰੀਰ ਵਾਸਤੇ ਨਹੀਂ ਹੈ, ਕੇਵਲ ਤੇ ਕੇਵਲ ਸੂਖਮ ਸਰੀਰ ਵਾਸਤੇ ਨਹੀਂ ਹੈ। ਇਹ ਜੋ 5 ਤੱਤਾਂ ਦਾ ਸੂਖਮ ਸਰੀਰ ਹੈ ਉਸ ਦੇ ਵਾਸਤੇ ਵੀ ਥਾਲ ਪਰੋਸਿਆ ਗਿਆ ਹੈ। ਸਥੂਲ ਵਾਸਤੇ ਵੀ ਸਾਰਿਆਂ ਨੇ ਭੋਜਨ ਕਰਨਾ ਹੈ। 3.5 ਮਣ ਦੇਹੁੜੀ ਚੱਲੇ ਪਾਣੀ ਅੰਨ ਆਇਓ ਮਹਿਲਾ ਦੁਨੀਆ ਵਿੱਚ ਵਰਤ ਅਸਮੇ ਬੰਦ। ਸਾਰਿਆਂ ਨੂੰ ਰਾਜ ਕਰੀਮ ਨੇ ਭੋਜਨ ਦਿੱਤਾ ਹੈ। ਉਹ ਭੋਜਨ ਹੈ 5 ਤੱਤਾਂ ਵਾਸਤੇ। ਬਹੁਤ ਸਾਰੇ ਸ਼ਕਤੀ ਤਰ੍ਹਾਂ ਦੇ ਪਦਾਰਥ ਸਭ ਕਹਿੰਦੇ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਰਾਹੇ ਇਸ ਠਾਕਰ ਤੋਂ ਪਰ ਰੱਖਦੇ ਨਹੀਂ। ਇਹੀ ਬਲੰਡਰ ਮਿਸਟੇਕ ਹੈ, ਵੱਡੀ ਗਲਤੀ ਹੈ। ਭੋਜਨ ਕਰ ਲੈਂਦੇ ਆ, ਭਜਨ ਨਹੀਂ ਕਰਦੇ। ਪ੍ਰਮੁੱਖ ਬਾਣੀ ਹੈ ਜਪ ਜੀ ਸਾਹਿਬ। ਵੈਸੇ ਉਹਦਾ ਨਾਮ ਹੈ ਜਪ ਨਿਸ਼ਾਨ ਜਪ। ਤੇ ਦੂਸਰੀ ਬਾਣੀ ਹੈ ਜਾਪ। ਇਹ ਜਾਪ ਕਰਨ ਵਾਸਤੇ ਦਿੱਤੀ ਹੈ ਬਾਣੀ। ਸਦਾ ਚੱਲਦਾ ਰਹੇ। ਜਿਵੇਂ ਮਨੁੱਖ ਨੂੰ ਭੁੱਖ ਲੱਗਦੀ ਹੈ 5 ਤੱਤਾਂ ਦੇ ਸਰੀਰ ਨੂੰ ਖਾਣ ਵਾਸਤੇ ਕੁਝ ਨਾ ਕੁਝ ਲੋਚਦਾ ਰਹਿੰਦਾ ਹੈ, ਇਸ ਤਰ੍ਹਾਂ ਦੇ ਅੰਦਰ ਕਈ ਤਰ੍ਹਾਂ ਦੇ ਸੂਖਮ ਸਰੀਰ ਨੇ, ਉਹਨਾਂ ਨੂੰ ਵੀ ਲੋੜ ਹੈ ਭਜਨ ਦੀ। ਆਪੋ ਸਤਨਾਮ। ਸੋ ਇਸ ਕਰਕੇ ਜੋ ਅੱਜ ਦਾ ਲੜੀਵਾਰ ਪ੍ਰਸੰਗ ਹੈ, ਜੋ ਬਾਬੇ ਨੇ 5 ਤੱਤਾਂ ਦੇ ਸਰੀਰ ਨੂੰ ਖੁਦਿਆ ਭੁੱਖ ਨੂੰ ਮਿਟਾਉਣ ਦਾ ਯਤਨ ਕੀਤਾ ਹੈ। ਭੁੱਖੇ ਸਾਧੂਆਂ ਨੂੰ ਭੋਜਨ ਕਰਾਇਆ ਹੈ। 20 ਰਜਤ ਪਣ ਮਿਲੇ ਨੇ ਬਾਬੇ ਦੇ ਕੋਲੋਂ। ਠੀਕ ਹੈ, ਅਸੀਂ ਕਈ ਵਾਰੀ ਕਰੜੇ ਸ਼ਬਦ ਵਰਤਦੇ ਹਾਂ ਗੁਰੂ ਨਾਨਕ ਦੇ ਪਿਤਾ ਵਾਸਤੇ, ਪਰ ਫਿਰ ਸਾਨੂੰ ਨਹੀਂ ਸਤਿਕਾਰ ਕਰਨਾ ਚਾਹੀਦਾ ਕਿ ਜਗਤ ਪਾਤੂ ਦਾ ਪਿਓ ਹੈ। ਆਪੋ ਸਤਨਾਮ। ਅਸੀਂ ਕਹਿੰਦੇ ਹਾਂ ਕਿ ਜੋ ਮਹਿਤਾ ਕਾਲੂ ਹੈ, ਕਈ ਵਾਰ ਕਾਲੂ ਸ਼ਬਦ ਕੱਲਾ ਵੀ ਹੈ ਕਿ ਜਦੋਂ ਉਹ ਖੜ ਕੇ ਬੋਲਦਾ ਹੈ ਗੁਰੂ ਨਾਨਕ ਨੂੰ ਉਕਤਾ ਜਾਂਦਾ ਹੈ ਤੇ ਦੁਨੀਆ ਦੇ ਜਿੰਨੇ ਵੀ ਸ਼ਖਸ ਨੇ ਵੇਖ ਲਾ ਬਿਰਤੀ ਮਾਰ ਕੇ
पिता का सुभाव घर में किहो जिहा हुंदा आखो सतनाम। थोड़ा खरवापन तो हुंदा ही है ना पेट दे विच। जे ओहदी मां वांगू लाड लडाट लाउण लग पए ते फिर औलाद किधर नूं जावेगी आखो सतनाम। मां दे कोल ममता है, प्यो दे कोल कुछ खरवापन है। हुण दुनिया का एक असूल है, मदर डे सारे मनाउंदे ते फादर डे कोल नहीं मनाउंदे भई आखो सतनाम। क्यों? पिता का सुभाव कुछ खरवा है, कुछ कौड़ियां गल्लां नहीं कह जांदा। घरे आउंदा है गुस्से दे विच ही आउंदा, सारी दिहाड़ी भरिया पीता लंघ जांदा। कमाई करके लिआउंदा, किवें लिआउंदा वो सारिਆਂ पिता नूं पता आखो सतनाम। सद कहंदे किते चोरी मारदा, किते ठगी करदा, किते दसां नौं दी किरत नहीं करदा। किवें तीला तीला करके लिआउंदा, पूरिया पूरिया करके जोड़दा। फिर जदों ਉਹਦੇ ਕੋਈ ਅਨੁਸਾਰ नहीं करता फिर गुस्सा नहीं आਉਂਦਾ ਤੇ ਫਿਰ ਕਹਿੰਦਾ ਮੇਰੇ ਵੱਲੋਂ ਜਾਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ। ਕਿਉਂ? ਸਾਰੀ ਉਮਰ ਮੈਂ ਇਹਨਾਂ ਵਾਸਤੇ ਕੀਤਾ ਕਰਾਇਆ, ਪਰ ਹੁਣ ਇਹਨਾਂ ਦਾ ਵੀ ਫਰਜ਼ ਬਣਦਾ ਕਿਉਂਕਿ ਕੁਰਬਾਨੀ ਇਸ ਗੱਲ ਦੀ ਹਾਮੀ ਕਰਦੀ। ਦਰਦ ਪਿਆ ਉੱਪਰ ਸਾਥ ਸੈਨ ਮੁਖਿਆ ਪਿਆ ਉਹ ਬੈਠ ਕੋ ਲੈ ਕਿ ਧੀਆਂ ਪੁੱਤ ਕਾਹਦੇ ਵਾਸਤੇ ਦਿੱਤੇ ਤੇ ਇਹਦੇ ਜਦੋਂ ਬੁੱਢਾ ਹੋ ਗਿਆ फिर तेरिया सपोर्टा ने काम आउणगियां तेरे आखो सतनाम। गुरबाणी तले पातशाह सुखमनी साहब जी कहंदे बिरद पिया ऊपर साथ सैनी संबंधी ने तेरे। जिदन बुजुर्ग हो गया फिर तेरे नाल निभणगे, तेरा लालन पालन करनगे। अज इन्हां दा फर्ज है कि तेरे नाल निभण। जिवें तूं इन्हां बचपन विच पालिया पोसिया वड्डा कीता ते फिर इन्हां दा फर्ज होवेगा कि तेरे नाल खिदमत करन। हट कमा के लियाओ तेरे हथेली ते रखण जिवें तूं रखदा रहा आखो सतनाम। पर इदां अक्सर हुंदा नहीं क्योंकि कबीर साहब ने कह दिता ये आखदे ने कि अब की बार कोई तेरी पानी होना कर। जो तू बुढ़ा हो गया ना फिर कहना बापू किवें मंगता फिरदा आखो सतनाम। फिर तेरे बुक्कां दे विच पानी पाउण वाला भी कोई नहीं, तू फिर आपे कहना अज फरीदे उजड़ा 100 कोहां अज नेड़े पिया कुजा पानी वाला 100 कोहां ते प्यार कह तकदीर कोई नहीं दे। कबीर कहता कोई नहीं। इन्हां विचों दस दे कोई है पर असीं समझ के बैठे हैं दुनियावी तौर ते ਜਿਹੜੇ ਚੰਗੇ ਸੰਸਕਾਰੀ ਨੇ, ਜਿਹੜੇ ਚੰਗੇ ਸੰਸਕਾਰ ਦੇ ਦਿੰਦੇ ਨੇ ਬੱਚਿਆਂ ਨੂੰ ਜੀਵਨ ਦੇ ਵਿੱਚ ਬਚਪਨ ਦੇ ਵਿੱਚ, ਫਿਰ ਉਹ ਡਿੱਗਦੇ ਵੀ ਨੇ ਪਰ ਸਤਿਗੁਰੂ ਜੀ ਤੇ ਭਰੋਸਾ ਨਹੀਂ ਹੈ। ਭਰੋਸਾ ਨਹੀਂ ਕਿਉਂ ਨਹੀਂ? ਕਿਉਂਕਿ ਦੁਨਿਆਵੀ ਢਾਂਚਾ ਵਿਗੜਦਿਆਂ ਕੋਈ ਦੇਰ ਨਹੀਂ ਲੱਗਦੀ ਆਖੋ ਸਤਨਾਮ। ਪੁੱਤ ਹੋ ਜਾਂਦੇ ਨੇ, ਮਾਪੇ ਕਮਾਪੇ ਨਹੀਂ ਹੁੰਦੇ। पर इस करके इत्थे अज जदों साडे कोल प्रसंग है गुरु नानक साहब जी दा, बापू ने कहा भी ठीक है मैं पटवारी रहा, हट कमा के घरे लिआंदा रहा, जा कई काम दिते ने तैनूं पर तू किसी विच पूरी नहीं पाई। हुण व्यापार करके देख ला, व्यापारियों का काम की हुंदा है भाव दसां दे 20 करके आखो सतनाम। ते गुरबाणी दे विच भी जिहड़ा पटवारी शब्द आया ओहदे विच भी पटवारी ईश्वर को नहीं दस्सिया आखो सतनाम। कहंदे हर के लोका लोको नीत कसे पटवारी, उत्थे भी जिहड़ा पटवारी दा सुभाव कहंदे ने ते नेती डरदी डोरी डोरी बापी नाही बहुत विस्तारा ले भगत नामदेव जी का शब्द है। पर जिथे सतगुरु जी गल करते हैं इत्थे कि आम तौर पर यह रवायत है कि दुनियावी पिता जिहड़ा भी है वो पुत्रा नूं प्रेरदा है कि जाओ भाई हुण खट कमा के लिआओ तां जाके घर का गुजारा चलेगा। गुरु नानक नूं पिछले प्रसंगां दे विच आपां वेख्या कि पिता ने वेख्या वखरे वखरे काम दे के अंत थक जाते हैं पटवारी साहब, कहते जा
ਪਸ਼ੂ ਚਾਰ ਲਿਆ ਕਰ ਆਖੋ ਸਤਿਨਾਮ। ਇਵੇਂ ਜੋ ਨਖਿੱਧ ਕੰਮ ਹੈ ਸਾਰਿਆਂ ਤੋਂ। ਤੇ ਫਿਰ ਲੋਕਾਂ ਨੇ ਫਿਰ ਕਾਲੂ ਸਾਹਿਬ ਨੂੰ ਝਾੜਾ ਪਾਈਆਂ ਵੀ ਤਲਵਾਰੀ ਤੂੰ ਚੰਗਾ ਭਲਾ ਬੰਦਾ ਹੈ, ਰਾਏ ਬਲਾਰ ਮਹਿੰਗਿਆਂ ਬੰਦਿਆਂ ਨਾਲ ਤੇਰੀ ਬਹਿਣੀ ਉੱਠਣੀ ਹੈ, ਪਰ ਇਹੋ ਜਿਹੇ ਕੰਮ ਤੈਨੂੰ ਸੋਭਦੇ ਨੇ ਕਿ ਤੂੰ ਆਪਦੇ ਪੁੱਤਰ ਨੂੰ ਇਹੋ ਜਿਹੇ ਕੰਮ ਕਰਾਏ। ਹੁਣ ਮਾਸਟਰ ਦਾ ਪੁੱਤ ਮਾਸਟਰ ਲੱਗੇ, ਹਟ ਮਾਸਟਰ ਲੱਗੇ ਤਾਂ ਵਧੀਆ ਗੱਲ ਹੈ ਆਖੋ ਸਤਿਨਾਮ। ਜੇ ਉਹ ਚਪੜਾਸੀ ਲੱਗੇ ਤੇ ਫਿਰ ਸੋਭਦਾ ਥੋੜੋ ਕਿਤੇ। ਤੇ ਜੇ ਫਿਰ ਡਾਕਟਰ ਦਾ ਪੁੱਤ ਡਾਕਟਰ ਨਾ ਬਣੇ, MBBS ਨਾ ਕਰੇ, ਉਹ ਵੀ ਕਹਿੰਦਾ ਵੀ ਜੇ ਕੰਪਿਊਟਰ ਹੀ ਬਣਿਆ ਤੇ ਫਿਰ ਕੀ ਫਾਇਦਾ ਹੋਇਆ ਡਾਕਟਰ ਬਣਨ ਦਾ ਆਖੋ ਸਤਿਨਾਮ। ਭਾਵ ਜਿਹੜੇ ਕਿੱਤੇ ਦੇ ਵਿੱਚ ਪਿਤਾ ਹੈ ਉਹ ਕਹਿੰਦਾ ਮੇਰੇ ਤੋਂ ਵੱਧ ਤਰੱਕੀ ਕਰੇ, ਫਿਰ ਗੱਲ ਬਣਦੀ ਹੈ। ਤੇ ਜਦੋਂ ਗੁਰੂ ਨਾਨਕ ਦੇ ਪਿਤਾ ਨੇ ਕਾਲੂ ਮਹਿਤਾ ਕਾਲੂ ਜੀ ਨੇ ਕਿਹਾ ਹੋਵੇਗਾ ਕਿ ਜਾਓ ਪਸ਼ੂ ਚਾਰ ਲਿਆ, ਤੇ ਕਹਿੰਦੇ ਜੱਗ ਵਿੱਚ ਸੋਭਾ ਨਹੀਂ ਜੇ ਬਣਦੀ। ਕਿਉਂ ਨਹੀਂ ਬਣਦੀ? ਕਿਉਂਕਿ ਸੰਸਾਰ ਜੋ ਦ੍ਰਿਸ਼ਟਮਾਨ ਵੇਖਦਾ ਹੈ ਉਹ ਵਡਿਆਈ ਚਾਹੁੰਦਾ ਹੈ, ਤੇ ਵਡਿਆਈ ਸੰਸਾਰ ਵਿੱਚ ਰੁਤਬੇ ਕਰਕੇ ਵੀ ਹੈ, ਪਦ ਉੱਨਤੀ ਕਰਕੇ ਵੀ ਹੈ। ਪਰ ਜਦੋਂ ਕੋਈ ਵੱਡੇ ਪਦ ਦਾ ਅਧਿਕਾਰੀ ਨਹੀਂ ਬਣਦਾ ਤੇ ਸੰਸਾਰ ਦੇ ਲੋਕ ਕਹਿੰਦੇ ਵੀ ਨਹੀਂ ਗੱਲ ਨਹੀਂ ਬਣੀ, ਉਹ ਸੋਭਾ ਵਾਲਾ ਮਰਤਬਾ ਨਹੀਂ ਪ੍ਰਾਪਤ ਹੋਇਆ। ਪਰ ਜਦੋਂ ਅਸੀਂ ਇਸ ਕਿੱਤੇ ਦੀ ਗੱਲ ਕਰਾਂਗੇ ਤੇ ਕਿੱਤੇ ਵਿੱਚ ਗੁਰੂ ਨਾਨਕ ਕਿੰਨੇ ਸਬਰ ਨੇ, ਕਿੰਨੇ ਫੇਰ ਨੇ, ਉੱਥੇ ਜਾ ਕੇ ਮੁਰਾਤਬਾ ਫਿਰ ਵੱਡਾ ਛੋਟਾ ਨਹੀਂ ਜਿਹੜਾ ਜਾਂਦਾ ਸਤਿਨਾਮ। ਸੋ ਇਸ ਕਰਕੇ ਪਿਤਾ ਨੇ ਅੱਜ ਇਹ ਕਿਹਾ ਕਿ ਜਾਓ ਆ 20 ਰਜਤਪਣ ਲੈ ਜਾਓ। ਰਜਤਪਣ ਕਿਹਨੂੰ ਕਹਿੰਦੇ ਨੇ? ਰੁਪਈਆਂ ਨੂੰ, ਸਿੱਕਿਆਂ ਨੂੰ, ਜਿਹੜੀ ਉਸ ਵੇਲੇ ਕਰੰਸੀ ਚੱਲਦੀ ਸੀ। ਹੁਣ ਆਪਾਂ ਸਾਰੇ ਕਹਿੰਦੇ 20 ਰੁਪਈਏ, 20 ਰੁਪਈਏ ਤੋਂ ਕਦੇ ਸੀ ਚੱਲਦੇ ਭਾਈ, ਰੁਪਈਏ ਤਾਂ ਹੁਣ ਚੱਲੇ ਨਾ। ਉਦੋਂ ਕੀ ਚੱਲਦਾ ਸੀ? ਰਜਤਪਣ। ਗੁਰਬਾਣੀ ਦੇ ਵਿੱਚ ਵੀ ਆਇਆ ਰਜਤਪਣ ਦੇ ਬਾਰੇ, ਸਿੱਕਿਆਂ ਦੇ ਬਾਰੇ। ਹੁਣ ਜਿਹੜੇ ਸਿੱਕੇ ਗੁਰੂ ਨਾਨਕ ਨੂੰ ਦਿੱਤੇ ਨੇ ਉਹ ਰਜਤਪਣ ਦਿੱਤੇ ਨੇ, ਪਰ ਸਮੇਂ ਦੇ ਅਨੁਸਾਰ ਉਹ ਸ਼ਬਦਾਵਲੀ ਫਿਰ ਕਹਿੰਦੇ ਹੋਰ ਦੀ ਹੋਰ ਹੋ ਜਾਂਦੀ। ਉਹਨਾਂ ਸਿੱਕਿਆਂ ਨੂੰ ਉਸ ਵੇਲੇ ਰਜਤਪਣ ਕਿਹਾ ਗਿਆ ਜਾਂ ਮੋਹਰਾਂ ਕਿਹਾ ਗਿਆ ਜਾਂ ਫਿਰ ਟਕਸਾਲ ਦੇ ਅਨੁਸਾਰ ਉਹ ਸਮੇਂ ਦੀ ਸ਼ਬਦਾਵਲੀ ਦੇ ਅਨੁਸਾਰ ਕਿਹਾ ਗਿਆ। ਗੁਰੂ ਨਾਨਕ ਚਲੇ ਗਏ, ਇਵੇਂ ਜਾ ਕੇ ਮਰਦਾਨੇ ਦੇ ਨਾਲ ਸਲਾਹ ਕੀਤੀ ਕਿ ਕੀ ਖਰੀਦੀਏ, ਕਿਹੜਾ ਵਪਾਰ ਕਰੀਏ, ਕਿਸ ਤਰ੍ਹਾਂ ਦਾ ਵਪਾਰ ਕਰੀਏ ਜਿਹੜਾ ਸਦੀਵ ਕਾਲ ਵਾਸਤੇ ਨਿਭ ਜਾਵੇ। ਆਖੋ ਸਤਿਨਾਮ। ਵਪਾਰ ਤੇ ਅਸੀਂ ਵੀ ਕਰਦੇ ਹਾਂ, ਪਰ ਇਹੋ ਜਿਹਾ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਭਾਈ। ਗੁਰੂ ਨਾਨਕ ਸਾਨੂੰ ਕਹਿੰਦੇ ਵਪਾਰ ਕਰਿਆ ਕਰੋ ਭਾਈ, ਜਿਹਦੇ ਨਾਲ ਹਾਲਤ ਵਿੱਚ ਵੀ ਸੋਭਾ ਹੋਵੇ ਤੇ ਹਾਲਤ ਵਿੱਚ ਵੀ ਸੋਭਾ ਹੋਵੇ। ਹਾਲਤ ਪਾਲਤ ਹੋਏ ਦੇਵ ਸਵਾਰ ਆਖੋ ਸਤਿਨਾਮ। ਪਰ ਅਸੀਂ ਤੇ ਸਾਰਾ ਦਿਹਾੜੀ ਬੈਠੇ ਭਾਈ, ਸਾਡਾ ਨਾ ਲੋਕ ਸੁਖੀਆ ਤੇ ਨਾ ਪਰਲੋਕ ਸੇਵ। ਕਿਵੇਂ ਹੋਣਾ ਹੈ? ਬਾਣੀ ਦੇ ਨਾਲ ਆਖੋ ਸਤਿਨਾਮ। ਆਓ ਧਿਆਨ ਤੇ ਫਿਰ ਲੋਕ ਸੁਖੀਆ ਕਰੀਏ, ਜਿਹਦੇ ਨਾਲ ਫਿਰ ਪਰਲੋਕ ਵੀ ਸੇਵ ਨਾ ਹੋ ਜਾਂਦੇ। ਵਾਹਿਗੁਰੂ 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 Hare
ਅੰਦਰ ਝਾਤੀ ਮਾਰੀਏ ਤੇ ਪਤਾ ਫਿਰ ਲੱਗੇਗਾ। ਅੱਗੋਂ ਸਤਨਾਮ। ਅਸੀਂ ਜਿਤਨੇ ਵੀ ਵਪਾਰੀ ਹਾਂ, ਕਿਸ ਤਰ੍ਹਾਂ ਦਾ ਸੁਭਾਅ ਲੈ ਕੇ ਗੁਰਦੁਆਰੇ ਆਉਂਦੇ ਆ। ਜਦੋਂ ਤੁਸੀਂ ਮੱਥਾ ਟੇਕ ਕੇ ਅਰਦਾਸ ਕਰਦੇ ਹੋ ਨਾ, ਉਦੋਂ ਆਪਣੇ ਮਨ ਵੱਲ ਝਾਤੀ ਮਾਰਿਓ। ਜਿਹੜੇ ਤੁਹਾਡੇ ਅੰਦਰ ਦਾ ਵਪਾਰੀ ਹੈ ਨਾ, ਤੁਹਾਨੂੰ ਉਸ ਵੇਲੇ ਨਜ਼ਰ ਆਵੇਗਾ ਕਿ ਗੁਰੂ ਨਾਨਕ ਦੇ ਨਾਲ ਕਿਹੋ ਜਿਹਾ ਵਪਾਰ ਕਰਨਾ ਚਾਹੁੰਦਾ ਹੈ। ਇਸ ਵੇਲੇ ਕਿੰਨੀਆਂ ਕਾਮਨਾਵਾਂ, ਕਿੰਨੀਆਂ ਭਾਵਨਾਵਾਂ, ਕਿੰਨੀ ਤ੍ਰਿਸ਼ਨਾ ਹੈ, ਕਿੰਨੀ ਵਾਸਨਾ ਹੈ ਸਾਡੀ ਮਨ ਦੇ ਵਿੱਚ। ਜਦੋਂ ਅਸੀਂ ਗੁਰੂ ਅੱਗੇ ਅਰਜ਼ਦਾਸ ਹੁੰਦੇ ਹਾਂ ਨਾ, ਉਦੋਂ ਮਨ ਖਿਆਲ ਵੱਲ ਝਾਤੀ ਮਾਰਿਓ। ਫਿਰ ਉਦੋਂ ਜਿਹੜਾ ਮਨ ਦਾ ਸਰੂਪ ਵਪਾਰੀ ਬਣਿਆ ਹੁੰਦਾ ਨਾ, ਫਿਰ ਪਤਾ ਲੱਗੇਗਾ ਕਿ ਅਸੀਂ ਕਿਸ ਤਰ੍ਹਾਂ ਦੇ ਵਪਾਰੀ। ਜਿਹੜਾ ਵਪਾਰ ਗੁਰੂ ਨਾਨਕ ਸਾਨੂੰ ਕਹਿ ਰਹੇ ਨੇ ਸੋ ਕੀਤਾ ਕਿ ਨਹੀਂ ਕੀਤਾ, ਫਿਰ ਪਤਾ ਚੱਲੇਗਾ। ਜਿਹੜਾ ਗੁਰੂ ਨਾਨਕ ਸਾਨੂੰ ਭੋਜਨ ਛਕਣ ਵਾਸਤੇ ਕਹਿ ਰਹੇ ਸੀ, ਉਹ ਛਕਿਆ ਕਿ ਨਹੀਂ ਛਕਿਆ। ਜਿਹੜੇ 20 ਰਤਨ ਮਿਲੇ ਨੇ ਬਾਬੇ ਨੇ ਧਾਰਤਾ ਲੰਗਰ। ਆਪੋ ਸਤਨਾਮ। ਅਸੀਂ ਵੀ ਲਾਇਆ ਕਿ ਨਹੀਂ ਲਾਇਆ, ਕਿਤੇ ਝਾਤੀ ਮਾਰ ਕੇ ਪਿਛਲਾ ਹਫ਼ਤਾ ਸਾਲਾਨਾ ਜੋੜ ਮੇਲੇ ਵਿੱਚ ਗੁਜ਼ਰਿਆ, ਕੋਈ ਨਹੀਂ ਦਿਸਿਆ ਵਪਾਰੀ। ਆਪੋ ਸਤਨਾਮ। ਜਿਸ ਤਰ੍ਹਾਂ ਦਾ ਵਪਾਰ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਸਾਹਮਣੇ ਕਰਨ ਵਾਸਤੇ ਕਿਹਾ ਕਿ ਸਾਡੇ ਨੇ ਕੀਤਾ ਕਿ ਉਹਨਾਂ ਦਾ ਵਪਾਰ ਕੋਈ ਨੜੀ ਰੰਗ ਰੱਤੀ ਹੋਊਗੀ। ਜਿੰਨੇ ਕਿਹਾ ਹੋਇਆ ਉਹ ਬਹਿ ਕੇ ਜੁੜ ਕੇ ਜੋ ਸੁਪਨਾ ਪਰਮਹੰਸ ਭਾਈ ਪਾਲੋ ਜੀ ਨੇ ਲਿਆ, ਸ਼ਾਹਲਾ ਜਾਲ ਨੇ ਜਿਸ ਕਰਕੇ ਵਪਾਰੀ ਛੱਡ ਦਿੱਤਾ, ਦੁਨਿਆਵੀ ਵਪਾਰ ਛੱਡ ਦਿੱਤਾ। ਸ਼ਾਹਲਾ ਜਾਲ ਨੇ 700 ਘੋੜਾ ਊਠ ਗੱਡੀ ਉਹਦੇ ਨਾਲ ਚੱਲਦਾ ਸੀ ਵਪਾਰੀਆਂ ਦਾ। ਇਹ ਨਹੀਂ ਕਿ ਮਿੱਟੀ ਦਾ ਵਪਾਰ, ਪੁਰਾਣੀਆਂ ਭਰ ਭਰ ਮਿੱਟੀ ਦੀਆਂ ਵੇਚਦਾ ਸੀ, ਨਹੀਂ। ਹੀਰਿਆਂ ਦਾ, ਪੰਨਿਆਂ ਦਾ, ਜਵਾਹਰਾਂ ਦਾ ਵਪਾਰ ਕਰਨ ਵਾਲਾ ਵਪਾਰੀ ਸ਼ਾਹਲਾ ਜਾਲ। ਜਿੱਦਣ ਉਹਨੂੰ ਸੱਚ ਦੇ ਵਪਾਰ ਦਾ ਪਤਾ ਚੱਲਿਆ, ਕਹਿੰਦਾ ਜਾਓ ਆਪਣੇ ਪੁੱਤਰ ਨੂੰ ਕਹਿੰਦਾ ਤੁਸੀਂ ਵਪਾਰ ਕਰੋ, ਆਪਣੀ ਗੱਲ ਬਣ ਗਈ। ਆਪੋ ਸਤਨਾਮ। ਵਪਾਰੀ ਤੇ ਸੀ ਪਰ ਸੰਸਾਰੀ ਸੀ। ਜਿਸ ਤਰ੍ਹਾਂ ਦਾ ਨਿਰੰਕਾਰ ਨੇ ਵਪਾਰ ਕਰਨ ਦਾ ਕਿਹਾ ਸਨ, ਉਹਨੂੰ ਪਤਾ ਲੱਗਾ, ਉਹਨੇ ਵਪਾਰ ਸ਼ੁਰੂ ਕਰ ਦਿੱਤਾ ਤੇ ਇਹੋ ਜਿਹਾ ਵਪਾਰ ਕੀਤਾ। ਵਪਾਰੀ ਉਸ ਵੇਲੇ ਵੀ ਬਹੁਤ ਸੀ ਤੇ ਅੱਜ ਵੀ ਬਹੁਤ ਸੀ। ਉਸ ਸਮੇਂ ਦੇ ਵਿੱਚ ਵੀ ਵਪਾਰੀ ਬਹੁਤ ਸੀ ਤੇ ਅੱਜ ਵੀ ਵਪਾਰੀ ਬਹੁਤ ਨੇ, ਪਰ ਨਾ ਤੇ ਸ਼ਾਹ ਦਾ ਜਾ ਨਹੀਂ ਜਾ ਗਿਆ। 72 ਬ੍ਰਹਮ ਗਿਆਨੀ ਗੁਰਸਿੱਖ ਇਸ ਨਗਰ ਦੇ ਵਿੱਚ, ਪਰ 4 ਮੰਜੀਦਾਰ ਇਸ ਤਰ੍ਹਾਂ ਦੇ ਹੋਏ ਜਿਹੜੇ ਸੰਸਾਰ ਵਿੱਚ ਕਿਤੇ ਵੀ ਨਹੀਂ। ਆਪੋ ਸਤਨਾਮ। ਉਂਗਲੀਆਂ ਤੇ ਗਿਣੇ ਗਏ 72 ਬ੍ਰਹਮ ਗਿਆਨੀ ਮਹਾਂਪੁਰਸ਼ ਤੱਤ ਜੇਤੇ, ਜਿਨ੍ਹਾਂ ਦੀ ਸਲਾਨਾ ਜੋੜ ਮੇਰੇ ਯਾਦ ਨੂੰ ਅਸੀਂ ਸਮਰਪਿਤ ਹੋਏ ਹਾਂ। ਲੱਖਾਂ ਦੁਨੀਆਂ ਨੇ ਸਜਦਾ ਕੀਤਾ ਹੈ, ਪਰ ਗੁਰੂ ਨਾਨਕ ਨੇ ਜਿਸ ਢੰਗ ਨਾਲ ਕਿਹਾ ਸੀ ਉਸ ਢੰਗ ਨਾਲ ਜੁੜੇ ਨੇ ਹਾਂ ਦੇ ਵਿੱਚ, ਪਰ ਮਕਸਦ ਫਿਰ ਉੱਥੇ ਆਪੋ ਆਪਣਾ ਹੀ ਹੈ। ਧਨ ਸੰਪਦਾ ਦਾ ਹੈ, ਵਪਾਰ ਦਾ ਹੈ, ਕਾਰੋਬਾਰ ਦਾ ਹੈ, ਰਿਜ਼ਕ ਦਾ ਹੈ, ਖਾਹਿਸ਼ਾਂ ਦਾ ਹੈ। ਜੋ ਮਨ ਭਾਵਨੀਆਂ ਨੇ ਉਹ ਹੀ ਰੱਖੀਆਂ ਨੇ ਅੱਗੇ। ਕਿਸੇ ਨੇ ਮੰਗਿਆ ਵੀ ਕਿਉਂ ਤੂੰ ਨਹੀਂ ਮਿਲਦਾ, ਕਿ ਮੇਰੀ ਵੀ ਅਵਸਥਾ ਕੁਝ ਇਸ ਤਰ੍ਹਾਂ ਦੀ ਬਣ ਜਾਵੇ ਕਿ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰ ਦਿੱਤੀਆਂ, ਕਿੰਨਿਆਂ ਨੂੰ ਸਰੋਪੇ ਦੇ ਦਿੱਤੇ। ਆਪੋ ਸਤਨਾਮ। ਲੰਗਰ ਤੇ ਜ਼ਰੂਰ ਲਗਾਏ ਅਸੀਂ, ਜਲੇਬੀਆਂ ਦਾ ਲੰਗਰ, ਕੜਾਹ ਪ੍ਰਸ਼ਾਦ, ਹੋਰ ਪੰਜ ਚਾਹ ਪਕੌੜਿਆਂ ਦੇ। ਬਾਬੇ ਜੀ ਨੇ ਕਿਹਾ, ਪੁੱਛਿਆ ਨਾ ਸਾਨੂੰ ਤੂੰ ਆਇਓ ਕਿਹੜੇ ਕੰਮ, ਇਹ ਕੰਮ ਹੈ ਖਾਣਾ ਪੀਣਾ ਹੱਸਣਾ ਸੋਣਾ, ਵਿਸਰ ਗਿਆ ਹੈ, ਇਹ ਨਹੀਂ ਚੇਤੇ ਸਨ। ਜਿੰਨਾ ਚਿਰ ਫਿਰ ਬਿਰਤੀ ਤੇ ਸੰਸਾਰੀ ਵਪਾਰੀਆਂ ਵਾਲੀ ਹੋਏਗੀ, ਫਿਰ ਉਹੀ ਚੀਜ਼ਾਂ ਮੰਗੇਗਾ ਜਿਹੜੀਆਂ ਸੰਸਾਰ ਨੂੰ ਚਾਹੀਦੀਆਂ। ਸੰਸਾਰ ਚੱਲਦਾ ਹੈ ਪਦਾਰਥਾਂ ਦੇ ਨਾਲ, ਐਸ਼ੋ ਇਸ਼ਰਤ ਦੇ ਸਾਧਨਾਂ ਦੇ ਨਾਲ। ਵੇਖ ਵੇਖ ਕੇ ਇੱਕ ਦੂਜੇ ਤੋਂ ਮਾਨ ਸਨਮਾਨ ਦੀ ਮੰਗ ਕਰਦਾ ਹੈ। ਜਦੋਂ ਕੁਝ ਪਦਾਰਥ ਮਿਲ ਜਾਂਦੇ ਨਾ,
ਫਿਰ ਮਨ ਵਿੱਚ ਇੱਕ ਹੋਰ ਇੱਛਾ ਪ੍ਰਗਟ ਹੁੰਦੀ ਹੈ, ਉਹ ਕਿਹੜੀ ਕਿ ਹੁਣ ਸਨਮਾਨ ਵੀ ਚਾਹੀਦਾ। ਕੋਈ ਰਾਗ ਆਦਿ ਆਪੋ ਸਤਿਨਾਮ ਨਾਲ ਚ ਸਰੋਤਾ ਵੀ ਹਾਂ ਗੁਰੂ ਦੀ ਬਖਸ਼ਿਸ਼ ਹੈ। ਸਰਪਾਉ ਕੀ ਹੈ? ਗੁਰੂ ਸਾਹਿਬ ਦਾਦੇ ਬਾਣੀ ਦੇ ਵਿੱਚ ਭਗਤ ਸਰਪਾਉ ਦੀ ਉਹਨੇ ਆਪਣੇ ਭਗਤਾਂ ਨੂੰ ਸਰਪਾਉ ਦੇ ਨਾਲ ਨਿਗਾਹਿਆ। ਭਾਵ ਗੁਰੂ ਨੇ ਤੇਰੀ ਇੱਜ਼ਤ ਆਬਰੂ ਸਿਰ ਤੋਂ ਪੈਰਾਂ ਤੱਕ ਢੱਕ ਦਿੱਤੀ। ਆਪੋ ਸਤਿਨਾਮ ਸਿਰਤ ਸਭ ਦਾ ਕਪੜਾ ਮੰਗ ਗੁਰੂ ਤੋਂ ਸਿਰਤ ਸਦਾ ਦਾ ਕਪੜਾ ਮੰਗਿਆ ਕਰੋ। ਸਰਪਾਉ ਕੀ ਹੈ? ਪਰ ਅਸੀਂ ਤੇ ਨਿਸ਼ਾਨੀ ਰੱਖ ਲਈ ਦਾਨ ਬਦਲਣ ਜਿਹੜੇ ਇਧਰੋਂ ਉਧਰ ਚਲੇ ਗਏ ਉਹਨਾਂ ਨੂੰ ਸਰਪਾਉ, ਜਿਹੜੇ ਉਧਰੋਂ ਇੱਧਰ ਆ ਗਏ ਉਹਨਾਂ ਨੂੰ ਸਰਪਾਉ। ਆਪੋ ਸਤਿਨਾਮ ਇਸ ਕੰਮ ਵਾਸਤੇ ਨਹੀਂ ਚਾਹੀਦਾ। ਅਸੀਂ ਤੇ ਵਪਾਰ ਕਰਨਾ ਹੈ ਸੱਚ ਦਾ, ਕੂੜ ਦਾ ਵਪਾਰ ਕਰਨਾ ਸਾਡਾ ਕਰਮ ਨਹੀਂ ਹੈ। ਪਰ ਜਦੋਂ ਗੁਰੂ ਨਾਨਕ ਨੇ ਕੀਤਾ ਹੈ ਵਪਾਰ ਤੇ ਬਾਪੂ ਕੋਲੋਂ ਚਪੇੜਾਂ ਪੈ ਰਹੀਆਂ ਨੇ। ਆਪੋ ਸਤਿਨਾਮ ਸਤਿਕਾਰ ਨਹੀਂ ਕੀਤਾ ਮਹਿਤਾ ਜੀ ਨੇ, ਕਾਲੂ ਨੇ ਇਵੇਂ ਉਹ ਸਾਰੀ ਵਾਰਤਾ ਜੋ ਗੁਰੂ ਨਾਨਕ ਕਿੱਥੋਂ ਆਏ ਨੇ ਵਪਾਰ ਕਰਕੇ। ਪਤਾ ਹੈ ਉਸ ਨਗਰ ਦਾ ਕੀ ਨਾਂ ਸੀ? ਚੂੜ ਕਾਣੇ ਦੀ ਬਣੀ। ਕਿਸੇ ਨੇ ਕਥਾ ਕੀਤੀ, ਕਥਾ ਵਿੱਚ ਕਿਹਾ ਕਿ ਚੂੜ ਕਾਣਾ ਇੱਕ ਸਿੱਖ ਸੀ। ਸਿੱਖ ਕਿੱਥੇ ਸੀ? ਉਹ ਭਾਈ ਗੁਰੂ ਨਾਨਕ ਨੇ ਜੇ ਸਿੱਖੀ ਦਾ ਪ੍ਰਚਾਰ ਤਾਂ ਸ਼ੁਰੂ ਨਹੀਂ ਕੀਤਾ। ਆਪੋ ਸਤਿਨਾਮ ਜਿਹੜੀ ਚੂੜ ਕਾਣੇ ਦੀ ਮਾਈ ਸੀ ਪ੍ਰੇਮ ਦੇ ਨਾਲ ਸੇਵਾ ਕੀਤੀ ਕਿਸੇ ਔਲੀਏ ਫਕੀਰ ਦੀ, ਬ੍ਰਹਮ ਗਿਆਨੀ ਤਤ ਮਹਾਂਪੁਰਸ਼ ਦੀ। ਕਿਉਂ ਮਾਈ ਦੇ ਘਰ ਪੁੱਤਰ ਤੇ ਜਦੋਂ ਫਿਰ ਮਾਈਆਂ ਪ੍ਰੇਮ ਦੇ ਵਿੱਚ ਰੁਝਾਉਂਦੀਆਂ ਨੇ, ਸੇਵਾ ਕਰਦੀਆਂ ਨੇ, ਸਿਮਰਨ ਕਰਦੀਆਂ ਨੇ ਤੇ ਫਿਰ ਉਹ ਝੋਲੀਆਂ ਨਹੀਂ ਭਰਦੀਆਂ ਨੇ। ਆਪੋ ਸਤਿਨਾਮ ਜਦੋਂ ਫਿਰ ਇੱਕ ਨਹੀਂ ਇਹਦੇ ਪੁੱਤਰ ਹੋਣਗੇ ਪਰ ਇੱਕ ਸਾਡੇ ਲਈ ਰੱਖਦੇ। ਆਪੋ ਸਤਿਨਾਮ ਜਿਸ ਮੰਡਲੀ ਦੇ ਵਿੱਚੋਂ ਵਪਾਰ ਕੀਤਾ ਗੁਰੂ ਨਾਨਕ ਨੇ, ਉਹਦਾ ਇੱਕ ਬੜਾ ਤਕੜਾ ਇਤਿਹਾਸ ਹੈ ਉਸ ਸਥਾਨ ਦਾ ਜ਼ਿਕਰ ਕਰਨਾ। ਮਾਈ ਮੰਗੀ ਇਹਦੀ ਠੀਕ ਹੈ ਬੜੀ ਫਕੀਰ, ਕਿਰਪਾ ਕਰੋ ਇਹ ਦਾਲ ਤੋਂ ਮੈਂ ਕਿਤੇ ਨਾ ਫੁੱਟੀ ਨਾ ਰਹਿ ਜਾਣਾ, ਕੁਝ ਖੱਟ ਕੇ ਜਾਵਾਂਗਾ। ਔਰਤ ਦੇ ਅੰਦਰ ਇੱਕ ਪ੍ਰਵਿਰਤੀ ਹੈ, ਜਿੰਨਾ ਜਦੋਂ ਮਾਂ ਨਹੀਂ ਬਣਦੀ ਉਹਦੀ ਇੱਕ ਤਰ੍ਹਾਂ ਦਾ ਜਨਮ ਹੋਇਆ। ਆਪੋ ਸਤਿਨਾਮ ਤੇ ਬੜੇ ਫਕੀਰ ਨੇ ਕਈ ਸਾਲਾਂ ਬਾਅਦ ਉਹਨੂੰ ਚਰਨ ਪਾਏ ਨਾ ਘਰੇ ਤੇ ਆ ਕੇ ਫਿਰ ਆਪਣੀ ਵੀ ਮੰਗ ਰੱਖ ਦਿੱਤੀ। ਆਪੋ ਸਤਿਨਾਮ ਗੁਰਬਾਣੀ ਕਹਿੰਦੀ ਸਫਲ ਜਨਮ ਕੀਤੋ ਭਗਤਾਂ ਨੇ ਜਿਨ ਕੀਤੋ ਸੌਜ ਕੇ ਦਾਤਾ। ਭਗਤਾਂ ਨੇ ਪਰਮੇਸ਼ਰ ਨੂੰ ਉਤਰਾ ਹੁਕਮ ਬਚਾ ਲਿਆ। ਆਪੋ ਸਤਿਨਾਮ ਜਿਵੇਂ ਮਾਵਾਂ ਪੁੱਤਰ ਪਿਆਰੇ ਇਦਾਂ ਹੀ ਪਿਆਰ ਕਰਦਾ ਆਪਣੇ ਭਗਤਾਂ ਨੂੰ ਪਰਮੇਸ਼ਰ। ਆਪੋ ਸਤਿਨਾਮ ਉਸ ਵਰੀ ਫਕੀਰ ਨੇ ਆ ਕੇ ਮੰਗ ਦਿੱਤੀ, ਕਹਿੰਦੇ ਮਾਈ ਪਿਆਰ ਸਾਡਾ ਪੁੱਤ ਕਿੱਥੇ ਹੈ? ਆਪੋ ਸਤਿਨਾਮ ਹੁਣ ਮਾਂ ਵੇਖੀ ਕਿਉਂਕਿ ਗੁਰਬਾਣੀ ਦੀ ਕੋਈ ਮਾਇਆ ਮਮਤਾ ਹੈ ਬਹੁਤ ਕੀ ਬਿਨ ਨਾਮੇ ਕੋ ਸਾਧ ਨਾ ਸੰਗੀ। ਪਰਮੇਸ਼ਰ ਨੇ ਵਿੱਚ ਮਾਂ ਦੇ ਅੰਦਰ ਮਮਤਾ ਪਾਈ ਨਾ ਪਾਈ, ਜਿਵੇਂ ਕਿ ਬਹੁਤ ਸਾਰੀਆਂ ਸਾਖੀਆਂ ਗਵਾਈਆਂ ਨੇ ਗੁਰਬਾਣੀ ਦੇ ਵਿੱਚ। ਜਿਵੇਂ ਛੇਵੇਂ ਪਾਤਸ਼ਾਹ ਦੇ ਸਮੇਂ ਵੀ ਮਾਈ ਰਤਨਾ ਨੇ ਮਨ ਕੀਤੀ ਸੀ। ਆਪੋ ਸਤਿਨਾਮ ਜਦੋਂ ਝੋਲੀਆਂ ਭਰ ਕੇ ਘਰ ਨੂੰ ਚਲੇ ਗਈ ਨਾ ਤੇ ਜਦੋਂ ਗੁਰੂ ਸਾਹਿਬ ਨੇ ਮਾਂ ਕੀਤੀ ਤੇ ਫਿਰ ਇੱਕ ਹਾਲ ਵਾਵੇ, ਦੂਜਾ ਬੀਜ ਲਾਗੇ, ਤੀਜਾ ਫੇਰੇ ਸੁਹਾਗਾ ਸਾਰੇ ਬਣਾ ਦਿੱਤੇ। ਆਪੋ ਸਤਿਨਾਮ ਇਹ ਆ ਕੇ ਇੱਥੇ ਮਾਈ ਦੀ ਬਣ ਗਈ ਤੇ ਫਿਰ ਅੱਜ ਵੀ ਇਹ ਕੰਮ ਹੁੰਦਾ ਹੈ ਕਿ ਘਰ ਦੇ ਵਿੱਚ ਕੋਈ ਬੱਚਾ ਜਿਹੜਾ ਚਤਰ ਚਲਾਕ ਹੋਵੇ ਨਾ, ਉਹਨੂੰ ਸਾਰੇ ਜੀ ਕਹਿੰਦੇ ਭਾਈ ਇਹਨੂੰ ਡਾਕਟਰ ਬਣਾਓ, ਇਹਨੂੰ ਵਿਦਿਆ ਪੜ੍ਹਾਓ,
ਇਹਨੂੰ ਇੰਜੀਨੀਅਰ ਬਣਾਓ ਜਿਹੜਾ ਕੋਈ ਫਿਰ ਥੋੜਾ ਜਿਹਾ ਪਿੱਛੇ ਰਹਿ ਜਾਵੇ ਨਾ, ਕਾਲਾ ਪੀੜਾ ਜਿਹਾ, ਆਪੋ ਸਤਨਾਮ, ਉਹਨੂੰ ਕਹਿੰਦੇ ਗੁਰਦੁਆਰੇ ਛੱਡਿਓ, ਆਪੋ ਸਤਨਾਮ। ਕਾਸੇ ਵਾਲੇ ਨੂੰ ਛੱਡ ਦੇ, ਇਹ ਉੱਥੇ ਜਾ ਕੇ ਟੋਕਰੀ ਢੋਈ ਜਾਊਗੀ, ਆਪੋ ਸਤਨਾਮ। ਹੁਣ ਮਾਈ ਨੇ ਨਿਗਾਹ ਫੇਰੀ, ਜਿਹਦਾ ਨਾਂ ਰੱਖਿਆ ਸੀ ਥੋੜਾ ਰੰਗ ਦਾ ਵੀ ਸਾਂਵਲਾ ਸੀ, ਕਹਿੰਦੇ ਆਪੋ ਸਤਨਾਮ। ਪਰ ਚੇਚਕ ਹੋਈ, ਇੱਕ ਅੱਖ ਵੀ ਚਲੇ ਗਈ। ਹੁਣ ਮਾਈ ਕਹਿੰਦੀ ਪੀਰ ਜੀ ਤੁਸੀਂ ਚੂੜ ਕਾਣੇ ਬੁਲਾਏ, ਆਪੋ ਸਤਨਾਮ। ਬਾਕੀ ਜਿਹੜੇ 5 ਚੰਗੇ ਸੀ ਉਹ ਆਪ ਰੱਖ ਲੈ, ਤੇ ਜਿਹੜਾ ਚੂੜ ਸੀ ਉਹ ਸਾਈਂ ਦੇ ਨਾਲ। ਤੇ ਸਾਈਆਂ ਨੇ ਫਿਰ ਕੀ ਕੀਤਾ, ਸੱਤ ਕਰਕੇ ਨਾਲ ਹੀ ਤੁਰਾ ਲਿਆ, ਕਹਿੰਦਾ ਚੱਲ ਨਹੀਂ ਚੜਾ ਲਿਆ ਘੋੜੇ। ਜਦੋਂ ਘੋੜੇ ਤੇ ਚੜਾਇਆ ਤੇ ਚੱਲਿਆ, ਪਰ ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਕਹਿੰਦੇ ਪੜਾ ਤੇ ਕੀਤਾ, ਜਲ ਪਾਣੀ ਛਕਿਆ ਤੇ ਦੇਖਿਆ ਕਿ ਇੱਕ ਅਜਿਹੀ ਥਾਂ ਸੀ ਜਿੱਥੇ ਭੇਡਾਂ ਦਾ ਤੇ ਬੱਕਰੀਆਂ ਦਾ ਬੜਾ ਵੱਡਾ ਵਾੜਾ ਸੀ। ਹੁਣ ਅਸੀਂ ਜਿਵੇਂ ਕਹਿੰਦੇ ਨਾ ਭਾਈ, ਕਿਉਂਕਿ ਕਿੰਤੂ ਕਰਨ ਵਾਲਾ ਬੰਦਾ ਵੀ ਉਹ ਰੁਪਈਏ ਨਹੀਂ ਸੀ ਹੁੰਦੇ, ਤੇ ਪ੍ਰੇਮ ਦੇ ਨਾਲ ਵੀ 1477 ਨਹੀਂ ਸੀ ਹੁੰਦਾ, ਆਪੋ ਸਤਨਾਮ। ਉਦੋਂ ਸੰਮਤ ਵੀ ਨਿਕਲ ਕੇ ਚੱਲਦਾ ਸੀ। ਜਿਵੇਂ ਅਸੀਂ ਗੱਲ ਕਰਦੇ ਅੱਜ ਵੀ ਟਾਈਮ ਦੀ, ਸਮੇਂ ਦੀ, ਉਦੋਂ ਤੇ ਘੜੀਆਂ ਪੈਰ ਹੁੰਦੇ ਸੀ। ਇਸੇ ਤਰ੍ਹਾਂ ਜਿਹੜੀਆਂ ਭੇਡਾਂ ਨੇ ਉਹਨਾਂ ਦੇ ਲੇਲੇ ਹੁੰਦੇ, ਬੱਕਰੀਆਂ ਦੇ ਲੇਖਣੇ ਹੁੰਦੇ, ਆਪੋ ਸਤਨਾਮ। ਇਹ ਭਾਸ਼ਾ ਦਾ ਜੋ ਥੋੜਾ ਬਹੁਤਾ ਅਦਲਾ ਬਦਲਾ ਉਹ ਚੱਲਦਾ ਰਹਿੰਦਾ ਸਮੇਂ ਦੇ ਨਾਲ। ਹੁਣ ਤੇ ਥੋੜਾ ਜਿਹਾ ਸਮਾਂ ਹੋਰ ਲੰਘਿਆ, ਬੋਲੀ ਹੋਰ ਹੋ ਗਈ, ਥੋੜਾ ਜਿਹਾ ਕਿਤੇ ਇਲਾਕੇ ਤੋਂ ਬਾਹਰ ਹੋਈ, ਉੱਥੇ ਬੋਲੀ ਦਾ ਸੁਭਾਅ ਉੱਥੇ ਬਦਲ ਜਾਂਦਾ, ਆਪੋ ਸਤਨਾਮ। ਹੁਣ ਆਪਾਂ ਥੋੜਾ ਜਿਹਾ ਇੱਥੋਂ 4 ਕਿਲੋਮੀਟਰ ਪਰਾਂ ਨੂੰ ਜਾਈਏ ਭਿੱਡੀ ਵੱਲ ਨੂੰ, ਉੱਥੇ ਫਿਰ ਜਿਹੜਾ ਪਿੰਡ ਆਉਂਦਾ ਨਾ, ਪਿੰਡ ਤੋਤੀ, ਉਹਨਾਂ ਦੀ ਬੋਲੀ ਕਿਹੋ ਜਿਹੀ, ਆਪੋ ਸਤਨਾਮ। ਉਹਨਾਂ ਦੀ ਬੋਲੀ ਸਾਡੇ ਵਰਗੀ ਨਹੀਂ, ਉਹ ਹੋਰ ਤਰ੍ਹਾਂ ਬੋਲਣਗੇ, ਮਾਝੇ ਵਾਲੇ ਹੋਰ ਤਰ੍ਹਾਂ ਬੋਲਣਗੇ, ਦੁਆਬੇ ਵਾਲੇ ਹੋਰ ਬੋਲਣਗੇ, ਮਾਲਵੇ ਵਾਲੇ ਹੋਰ ਬੋਲਣਗੇ। ਸੋ ਬੋਲੀ ਦਾ ਸੁਭਾਅ ਹੈ ਆਪੋ ਆਪਣਾ ਵੱਖਰਾ, ਇਲਾਕੇ ਦੇ ਅਨੁਸਾਰ ਬੋਲੀਆਂ ਬਹੁਤ ਨੇ, ਭਾਸ਼ਾਵਾਂ ਬਹੁਤ ਨੇ। ਸੋ ਭਾਸ਼ਾ ਦੇ ਵਿਗਿਆਨ ਕਰਕੇ ਫਿਕਰ ਪੈ ਜਾਂਦਾ ਹੈ ਸਾਡੇ ਅੰਦਰ ਵੀ ਇਹ ਕੀ ਬੋਲਦਾ ਹੈ, ਸਾਡੀ ਸਮਝ ਤੋਂ ਬਾਹਰ ਹੋ ਗਿਆ। ਪਰ ਜਦੋਂ ਕਹਿੰਦੇ ਉਹ ਰੁਕੇ ਨੇ ਉਸ ਸਥਾਨ ਦੇ ਉੱਤੇ, ਚੂੜ ਤੇ ਸਾਈਂ, ਉਹਨਾਂ ਨੇ ਪੰਜਵਰ ਜ਼ਿਆਦਾ ਵੇਖਿਆ, ਕਹਿੰਦੇ ਉੱਥੇ ਬਘਿਆੜ ਪੈਂਦਾ ਸੀ, ਪਰ ਕਹਿੰਦੇ ਵੱਡੇ ਸਿੰਘਾਂ ਵਾਲੀ ਭੇਡ, ਜਦੋਂ ਬਘਿਆੜ ਨੇ ਝੱਟ ਮਾਰੀ ਤੇ ਕਹਿੰਦੇ ਉਹ ਵੱਡੇ ਸਿੰਘਾਂ ਵਾਲੀ ਭੇਡ ਵੀ ਅੜ ਕੇ ਖੜੋਗੀ, ਆਪੋ ਸਤਨਾਮ। ਬਘਿਆੜ ਦੀ ਪਲਟੀ ਲਵਾਤੀ, ਆਪੋ ਸਤਨਾਮ। ਸਾਈਂ ਕਹਿਣ ਆਉਣ ਲੱਗਾ, ਇਹਦਾ ਚੂੜ ਇੱਥੇ ਖਜਾ ਨਿਕਲ ਗਏ, ਜਲ ਪਾਣੀ ਛੱਡ ਤੇ ਘੋੜੇ ਦੀਆਂ ਬਾਤਾਂ ਕਰਦਾ, ਇਹ ਧਰਤੀ ਕੋਲ ਕਰਮਾਂ ਵਾਲੀ ਦੱਸਦੀ। ਜਦੋਂ ਇਹ ਬਚਨ ਕਹੇ ਜਲ ਪਾਣੀ ਛਕਿਆ ਚੁੱਕਲੇ, ਤੇ ਜਿਵੇਂ ਜਿਵੇਂ ਸਾਈਂ ਨੇ ਕਿਹਾ ਵੀ ਜਿੱਥੋਂ ਤੱਕ ਘੋੜਾ ਫਿਰਦਾ ਨਾ ਫੇਰਦਾ, ਚੂੜ ਨੇ ਆਖੇ ਲਾ ਕੇ ਕਹਿੰਦੇ ਸਾਰਾ ਦਿਨ ਘੋੜੇ ਨੂੰ ਫੇਰਦਾ ਰਿਹਾ, ਜਿੱਥੋਂ ਤੱਕ ਘੋੜੇ ਫੇਰ ਦਿੱਤੀ, ਉਸ ਥਾਂ ਦੇ ਉੱਤੇ ਪਿੰਡ ਲੱਜਾ, ਚੂੜ ਕਾਣਾ ਉਹਦੇ ਨਾਂ ਦੇ ਉੱਤੇ। ਸਾਈਂ ਨੇ ਫਰਮਾਨ ਦਿੱਤੇ ਉੱਤੇ, ਸਾਈਂ ਤੇਰਾ ਭਲਾ ਹੋਵੇ, ਚੂੜ ਤੇਰਾ ਭਲਾ ਹੋਵੇ, ਚੂੜ ਤੂੰ ਇੰਨਾ ਉੱਚਾ ਉੱਤੇ, ਚੂੜ ਕੇ ਤੂੰ ਸਾਰੇ ਜੱਗ ਦੀਆਂ ਵਡਿਆਈਆਂ ਮਿਲਣ, ਬਹੁਤ ਸਾਰੀਆਂ ਵਡਿਆਈਆਂ ਦੇ ਨਾਲ ਕਿੱਲਾ ਘੜ ਦਿੱਤਾ, ਆਪੋ ਸਤਨਾਮ। ਤੇ ਨਾਲ ਦੀ ਨਾਲ ਸਾਈਂ ਵਰਦੇ ਜਾਣ ਲਿਆ ਚੂੜ। ਹੁਣ ਜਦੋਂ ਕਹਿੰਦੇ ਆਖਰੀ ਸੱਤ ਮਾਰੀ ਤੇ ਕਿੱਲਾ ਘਾਟ ਗਿਆ, ਆਪੋ ਸਤਨਾਮ। ਨਾਲ ਇਹ ਵੀ ਦੱਸ ਦਿੱਤਾ ਕਤਲੋਕਾਰ ਤੋਂ ਬੜੀ ਹੋ ਗਈ, ਕਤਲ ਬੜੇ ਹੋਣਗੇ, ਪਰ ਜਿਹੜਾ ਨੇਕ ਪ੍ਰੇਮ ਦੇ ਨਾਲ ਇੱਕ ਰਸਤੇ ਹੋ ਕੇ ਲੰਘ ਜਾਵੇਗਾ ਉਹਨੂੰ ਰੋਕੇਗਾ ਵੀ ਨਹੀਂ ਕੋਈ, ਆਪੋ ਸਤਨਾਮ। ਇਹ ਸਾਰੇ ਬਾਰੇ ਕਿ ਉੱਥੇ ਪਿੰਡ ਬਣ ਗਿਆ, ਪਿੰਡ ਕਿੱਡਾ ਵੱਡਾ ਵੱਜਾ, ਤੇ ਫਿਰ ਉਸ ਥਾਂ ਦੇ ਉੱਤੇ ਉਸ ਸ਼ਹਿਰ ਦਾ ਨਾਮ ਚੂੜ ਕਾਣਾ ਪਿਆ। ਚੂੜ ਕਾਣੇ ਨੂੰ ਵਡਿਆਈਆਂ ਦਿੱਤੀਆਂ, ਕਹਿੰਦੇ ਠੀਕ ਹੈ ਬਾਬਿਆਂ ਨੇ ਨਹੀਂ
चंगा है तेरे अंदर ये सावलापन है, रंग तेरा सावला चमकदा, तू चले गया ठिकाना है और तेरे शहर का नाम सदा याद रहेगा। आपको सतनाम भाग लावेगा नानक तेन एक दिन आके। ये सारे बार दे के ना पिंड पहुंचता, फिर उत्थे मंडी बजी जिहदे विच फिर लोकां दी भुख मिटदी है। आपको सतनाम बहुत बड़ा इतिहास उस स्थान का बनया, तो जिथे बाबे ने चरण पाए, जिथे बाबा पैर धरे पूजा उस स्थान में गुरु नानक चरण पाते ने। भुखियां का अन्न पानी का प्रबंध उस मंडी विचों कीता, चूड़ खाने की मंडी दे विच। उस चूड़ खाने का इतिहास दोहराया गया। जदों बाबे ने फिर कृपा की, गुरु नानक कहते मरदानिया दस की व्यापार करिए, कणक का करिए, छोलियां का करिए, जवारां का करिए, कहते तो खाद्या पीतियां मुक जानियां जां रटोरा भी लग जाता। आपको सतनाम ते जिहड़ा व्यापार कीता, कहते जिहड़े भुखे वास्ते भोजन साधुओं मिले सी उन्हां नूं भोजन कराया, भोजन करा के निष्ठा करा के ऐन तृप्त होके कहते सारे जने तृप्त हो गए। तृप्ति लैके गुरु नानक वापस आ गए। किहड़े थां ते वापस आ गए ने ते उन्हां दे नाल मुलाकात किहदी हुंदी है, किवें बचन विलास सुनदे ने, आओ प्रेम दे नाल श्रवण करिए जी। बहर जाए वही जल बिन ताला, वैसे नीव सुखान कृपाला। कहते उत्थे बैठ गए ने सरोवर दे कंढे, जिस सरोवर दे विच पानी एक टिप नहीं। बहर जाए ते जल बिन ताला, उस सरोवर दे कंढे बैठे ने गुरु नानक, जिहदे विच एक बूंद भी पानी दी नहीं है। इसे नीव सुखान कृपाला, कृपालू सतगुरु उस नीवे स्थान के उत्ते बैठ गए हन जी। लोक्यो कालू जे काला, बोलत भादुर बचन विचाला। हुण जिहदे अंदर थोड़ा जिहा क्रोध की सीमा वध गई, ਉਹਦੇ ਵਿੱਚ ਥੋੜਾ ਜਿਹਾ ਕਾਲਾ ਪਾਣੀ ਹੋਵੇਗਾ। ਜਿੰਨੇ ਅੰਦਰ ਕਰੋਧ ਦੀ ਮਾਤਰਾ ਵਧੇਗੀ ਉਨਾ ਹੀ ਕਾਲਾਪਨ ਹੋਵੇਗਾ। ਜਿਹਦੇ ਵਿੱਚ ਕਾਲਾਪਨ ਹੋਵੇਗਾ ਉਹਦੇ ਵਿੱਚ ਹੋਸ਼ਾਪਨ ਵੀ ਹੋਵੇਗਾ। ਆਖੋ ਸਤਿਨਾਮ। ਤੇ ਜਿਹਦੇ ਵਿੱਚ ਹੋਸ਼ਾਪਨ ਹੈ ਉਹ ਫਿਰ ਤ੍ਰਿਸ਼ਨਾਲੂ ਵੀ ਹੋਵੇਗਾ। ਜਿਹੜਾ ਤ੍ਰਿਸ਼ਨਾ ਦਾ ਭਰਿਆ ਹੋਵੇਗਾ ਉਹ ਫਿਰ ਲੋਭੀ ਵੀ ਹੋਵੇਗਾ। ਇਹ ਜਿੰਨੇ ਵੀ ਕਰਮਵਾਰ ਚੀਜ਼ਾਂ ਗਈਆਂ ਨੇ ਉਹ ਸਾਰੀਆਂ ਕਾਲੂ ਦੇ ਅੰਦਰ ਇਸ ਵੇਲੇ ਪ੍ਰਬਲ ਅਵਸਥਾ ਦੇ ਵਿੱਚ ਨੇ। ਅਬਦ ਹੋ ਕੇ ਉਹ ਕਾਲੂ ਤੇ ਕਾਲਾ ਜਦੋਂ ਦੇਖਿਆ ਬੜੇ ਕਾਲੀ ਦੇ ਨਾਲ ਲੋਭੀ ਸੁਭਾਅ ਦੇ ਨਾਲ ਤ੍ਰਿਸ਼ਨਾ ਦੇ ਨਾਲ ਭਰਿਆ ਨਾਨਕ ਦਾ ਪਿਤਾ ਪਹੁੰਚਿਆ ਉਸ ਸਥਾਨ ਦੇ ਉੱਤੇ ਤੇ ਕੀ ਕਹਿਣ ਲੱਗਾ ਹੈ ਜੀ। ਗਏ ਕਰ ਬੋਲਤ ਭਾਦੁਰ ਬਚਨ ਵਿਸਾਲਾ। ਹੁਣ ਜਿਹਦੇ ਅੰਦਰ ਬਹੁਤ ਕ੍ਰੋਧ ਦੀ ਸੀਮਾ ਵੱਧ ਗਈ, ਤ੍ਰਿਸ਼ਨਾ ਦੀ ਸੀਮਾ ਵੱਧ ਗਈ, ਲੋਭ ਦੀ ਸੀਮਾ ਵੱਧ ਗਈ, ਫਿਰ ਉਹ ਸ਼ੁਭ ਬਚਨ ਤੇ ਬੋਲੇਗਾ ਨਹੀਂ। ਆਖੋ ਸਤਿਨਾਮ। ਸ਼ੁਭ ਬਚਨ ਬੋਲੇਗਾ, ਮਿੱਠਾ ਬੋਲੇਗਾ, बड़े प्रेम के नाल बोलेगा। जिहदे अंदर दया है, जिहदे अंदर शिवा की भावना है, जिहदे अंदर प्रेम की पड़जाला फुट पई है वो तो मिठा बोलेगा। पर जिहदा सुभाव नानक के पिता वाला हो गया वो तो मिठा नहीं बोलेगा। कहते बोलत भा दुर बचन विसाला। बड़े भैड़े बोल बोले ने गुरु नानक के पिता ने। कितों गुरु नानक इस वेले जदों जिथा एक खाली तलाब के कंढे ते गुरु नानक बड़े नीवे स्थान से बैठे हुए हैं। गह कर बोझ तरस कर पारी, कहां कार किक सदन उचारी। कहते बांह तो फड़िया गुस्से दे अंदर, बड़े भारी गुस्से दे नाल बांह तो फड़ के झंझोड़िया है गुरु नानक ने। पूछया ये पुछना कीता
ਬਾਂਹ ਤੋਂ ਫੜ ਕੇ ਬੜੇ ਗੁੱਸੇ ਦੇ ਵਿੱਚ ਆ ਕੇ ਪੁੱਛਿਆ, ਘਰ ਉਜਾੜ ਕਿੱਥੇ ਘਰ ਨੂੰ ਜਾੜ ਕੇ ਆਇਆ? ਜਿਹੜੇ 20 ਰਜਲ ਸਨ 20 ਰੁਪਈਏ 20 ਸਿੱਕੇ ਜਾਂ ਕਹਿ ਲੋ 20 ਡਾਲਰ ਅੱਗੋ ਸਤਨਾਮ, ਜਾਂ ਕਹਿ ਲੋ 20 ਪਾਉਂਡ ਅੱਗੋ ਸਤਨਾਮ, ਹੋਰ ਗਣਾਵਾਂ 20 ਜੋੜੋ ਕਰੰਸੀ ਜਿਹੜੀ ਚਾਹੀਦੀ ਹੋਵੇ ਸਮੇਂ ਦੇ ਨਾ ਦਵਾਂਗੇ। ਹੁਣ ਸਾਨੂੰ ਰੁਪਈਏ ਥੋੜ੍ਹੇ ਚੰਗੇ ਲੱਗਦੇ ਆ ਅੱਗੋ ਸਤਨਾਮ, ਸਾਨੂੰ ਵੀ ਇਹ ਕਰੰਸੀਆਂ ਚੰਗੀਆਂ ਲੱਗਦੀਆਂ, ਸਾਨੂੰ ਵੀ ਚੰਗਾ ਨਹੀਂ ਲੱਗਦਾ। ਕਿਉਂ ਨਹੀਂ ਚੰਗਾ ਲੱਗਦਾ ਭਾਈ? ਕੋਈ ਸਤਿਕਾਰ ਥੋੜਾ ਇੱਥੇ, ਕੋਈ ਮਾਣ ਥੋੜਾ ਇੱਥੇ। ਕਹਿਣ ਨੂੰ ਠੀਕ ਹੈ, ਗੁਰਦੁਆਰੇ ਬਹੁਤ ਨੇ, ਮੰਦਰ ਬਹੁਤ ਨੇ, ਮਸਜਿਦਾਂ ਬਹੁਤ ਨੇ, ਪਰ ਧਰਮ ਦੀ ਗੱਲ ਕਰਨ ਵਾਲਾ ਤੇ ਕੋਈ ਵੀ ਨਹੀਂ। ਜਿਹੜਾ ਰਾਜਿਆਂ ਦਾ ਸੁਭਾਅ ਹੈ ਕਿਹੋ ਜਿਹਾ ਹੈ? ਲੁੱਟ ਖਾਣਾ, ਲਹੂ ਪੀਣਾ, ਸਾਰਾ ਕਹਿੰਦੇ ਮੁਲਕ ਜਿਹੜਾ ਵੇਚ ਦੇਣਾ ਹੈ, ਮਾਸੀ ਨਹੀਂ ਚੱਲਦਾ, ਭਾਵੇਂ ਤੁਹਾਨੂੰ ਵੀ ਵੇਚ ਦੇਣਾ ਗੁੱਸਾ ਕਰਨਾ। ਪਰ ਜਿਹਦੀ ਜਿਣਸ ਲਿਖ ਜਾਵੇ ਇਹ ਥੋੜ੍ਹਾ ਰਹਿੰਦਾ। ਜ਼ਿਮੀਂਦਾਰ ਪਿਤਾ ਵਾਂਗ ਫਸਲ ਨੂੰ ਕਾਟਦਾ, ਜਿਣਸ ਬੀਜ ਬੀਜਦਾ ਹੈ, ਕਿਸਾਨ ਫਿਰ ਉਹਨੂੰ ਕੁੱਤਾ ਵਾਂਗੂ ਪਾਲਦਾ। ਤੇ ਫਿਰ ਕਹਿੰਦਾ ਕੀ ਕੀਤਾ? ਨਾ ਕਹਿੰਦਾ ਸਿੱਟ ਕੇ ਆਇਆ। ਇਹੀ ਕਹਿੰਦੇ ਨਾ ਤੁਸੀਂ ਮੰਡੀ ਸਿੱਟ ਕੇ ਆਏ, ਵੇਚ ਕੇ ਥੋੜ੍ਹਾ ਆਏ, ਤੁਸੀਂ ਕਮਾਈ ਥੋੜ੍ਹਾ ਕੀਤੀ ਹੋਈ, ਤੁਸੀਂ ਤੇ ਸਿੱਟ ਕੇ ਆਉਂਦੇ ਭਾਈ। ਤੇ ਇਹ ਹੁਣ ਗੁਰੂ ਨਾਨਕ ਦਾ ਸੁਭਾਅ ਹੈ, ਕਹਿੰਦਾ ਭਾਈ ਕੀਮਤ ਪੈਣੀ ਚਾਹੀਦੀ ਹੈ, ਮੁੱਲ ਪੈਣਾ ਚਾਹੀਦਾ ਹੈ ਤੁਹਾਡੇ ਕੀਤੇ। ਤੇ ਪੁੱਛਿਆ ਗੁਰੂ ਨਾਨਕ ਨੂੰ, ਤੈਨੂੰ ਭੇਜਿਆ ਸੀ ਵਪਾਰ ਕਰਨ ਵਾਸਤੇ, ਕਿੱਥੇ ਉਜਾੜ ਕੇ ਆਇਆ, ਕਿੱਥੇ ਸਿੱਟ ਕੇ ਆਇਆ? 20 ਰੁਪਏ ਆਪੋ ਸਤਨਾਮ। ਗੁਰੂ ਨਾਨਕ ਕੀ ਦੱਸੇ? ਇਹਨਾਂ ਉਜਾੜ ਕੇ ਆਇਆ। ਪਾਰ ਕਹਿੰਦੇ ਭਾਈ ਕਮਾਈ ਨਹੀਂ ਆਈ, ਕਹਿੰਦੇ ਕਿੱਥੇ ਕਮਾਈ? 20 ਦਿੱਤੇ ਸੀ, 40 ਕਰਕੇ ਲਿਆਉਣੇ ਸੀ। ਮੈਨੂੰ ਪਤਾ ਲੱਗਾ ਉਜਾੜ ਕੇ ਆ ਗਿਆ, ਸਿੱਟ ਕੇ ਆ ਗਿਆ। ਤੇ ਜਦੋਂ ਏਦਾਂ ਦੇ ਬਚਨ ਕਹੇ ਨੇ, ਕਹਿੰਦੇ ਭਾਈ 10 ਭੈੜੇ ਬਚਨਾਂ ਦੇ ਨਾਲ ਪੁੱਛਦੇ ਨੇ, ਕਿਆ ਕਰ ਭੂਤ ਰਿਸ ਕਰ ਭਾਂਦੀ ਕਹਾਂ ਕਾਰ ਚ ਕਸਨੋ ਜਾੜੀ। ਜਿਹੜੀ ਕਮਾਈ ਕਰਕੇ ਲਿਆਉਣੀ ਸੀ ਕਿੱਥੇ ਸਿੱਟੀ ਹੈ ਜੀ? ਕਹਾ ਬਨਜ ਤੂੰ ਤੈ ਕਰ ਲਿਆ, ਕਰ ਜਨਮਿਓ ਮਮ ਨਾਮ ਗਵਾਇਓ। ਸੌਦਾ ਅੱਜ ਕਿਸੇ ਕਰਨਾ ਤੇ ਲੈਣ ਜਾਂਦੇ, ਪਰ ਕਿੱਦਾਂ ਜਾਂਦੇ ਆ ਸਾਨੂੰ ਪਤਾ। ਕੋ ਸਤਨਾਮ ਜੇਬਾਂ ਭਰ ਕੇ ਜਾਂਦੇ ਆ, ਲਿਫਾਫਿਆਂ 'ਚ ਸੌਦਾ ਹੁੰਦਾ। ਕੋ ਸਤਨਾਮ ਕਦੀ 10 ਸਿੱਕੇ 10 ਰੁਪਏ ਹੁੰਦੇ ਸੀ ਮੰਦਰ ਦੀ ਜੇਬ 'ਚ, ਤੇ ਪੰਡਾਂ ਦੇ ਨਾਲ ਸੌਦਾ ਹੁੰਦਾ ਸੀ। ਕੋ ਸਤਨਾਮ ਜ਼ਮਾਨਾ ਬਦਲ ਗਿਆ, ਉਲਟਾ ਕੰਮ ਹੋ ਗਿਆ ਸਾਰੇ ਦਾ ਸਾਰੇ। ਸੋ ਸਦਕੇ ਦੇ ਭਾਈ ਕਹਾਂ ਮੰਡ ਤੇ ਜੋ ਕਰ ਜਾਇਓ, ਅੰਦਰ ਮੇਂ ਮਨ ਨਾਮ ਗਵਾਇਓ। ਕਹਿੰਦੇ ਮੇਰੇ ਘਰ ਕੀ ਮੰਨਿਆ ਭਾਈ, ਘਰ ਹੀ ਉਜਾੜ ਲਿਆ ਹੈ, ਤੇ ਮੇਰੇ ਨਾਮ ਨੂੰ ਵੀ ਦਾਗ ਲਾ ਲਿਆ ਹੈ। ਜਾਂ ਤੇ ਅਧਿਕ ਕ੍ਰੋਧ ਕਰ ਕਾਲੋ, ਕਰੀ ਤੜ ਨਾ ਤਰਾਸ ਵਿਸਾਲੋ। ਕਹਿੰਦੇ ਬਾਬਾ ਕਾਲੂ ਜੀ ਨੇ ਫਿਰ ਹੋਰ ਕ੍ਰੋਧ ਵਿੱਚ ਵਧਾ ਕੇ ਅਤੇ ਤਾੜਨਾ ਕਰਕੇ ਬੜਾ ਡਰਾਇਆ, ਬੜਾ ਧਮਕਾਇਆ। ਕਿਹੜੇ ਕਿਹੜੇ ਬਚਨ ਬੋਲੇ ਹਨ ਜੀ? ਸੰਤ ਕਮਲਾਨ ਤੂੰ ਸੁਨਸਾਨੀ, ਪਿਤ ਬੁਲਾਏ ਮੈਂ ਬੋਲਤ ਬਾਣੀ। ਹੁਣ ਕਹਿੰਦੇ ਹਾਲਤ ਕਿਹੋ ਜਿਹੀ ਹੋ ਗਈ? ਬਾਹ ਗੁੱਸਾ ਪਾਰਾ ਚੜ ਗਿਆ 104 ਡਿਗਰੀ ਦਾ। ਕੋ ਸਤਨਾਮ ਜਦੋਂ ਫਿਰ ਇਦਾਂ ਦੀ ਹਾਲਤ ਹੋ ਜਾਂਦੀ ਨਾ, ਭਾਈ ਸਰੀਰ ਕੰਬਣ ਲੱਗ ਜਾਂਦਾ, ਚਰਨਾਹਟ ਹੋ ਜਾਂਦੀ ਸਰੀਰ ਦੇ ਵਿੱਚ। ਇਹੋ ਜਿਹੀ ਹਾਲਤ ਹੋ ਗਈ ਹੈ ਜੀ। ਦਹਨ ਹਾਥ ਤੇ ਬਾਮ ਕਪੁਲ, ਹਨੇ ਤਮਾਚੇ ਬਲ ਤੇ ਬਲ ਸੋ ਤੁਲ। ਜਿਹਦੇ ਸੱਜੇ ਹੱਥ ਨਾਲ ਖੱਬੀ ਗੱਲ ਤੇ ਪੂਰੇ ਜੋਰ ਵਾਲੇ ਤੇ ਤਮਾਚਾ ਮਾਰ ਦਿੱਤਾ। ਹੁਣ ਜਦੋਂ ਇਹ ਹਾਲਤ ਹੋ ਗਈ ਨਾ, ਤਮਾਚਾ ਤੇ ਮਾਰ ਦਿੱਤਾ, ਤੇ ਕਵੀ ਜੀ ਫਿਰ ਉਹਦਾ ਵਰਣਨ ਕਰਦੇ, ਕਹਿੰਦੇ ਜਿਵੇਂ ਕਮਲ ਦਾ ਫੁੱਲ ਹੋਵੇ ਤੇ ਉਹਦੇ ਉੱਤੇ ਕਹਿੰਦੇ ਭਵਰਾ ਆ ਕੇ ਬਹਿ ਜਾਵੇ, ਕਾਲਾ ਭਵਰਾ ਭਾਵ। ਤੇ ਜਿਵੇਂ ਫਿਰ ਉੱਠੇ ਨਾ ਤੇ ਦੂਰੋਂ ਦੇਖੀਏ
ਇਹੋ ਜਿਹਾ ਦਾਗ, ਇਹੋ ਜਿਹਾ ਧੱਕਾ, ਪਿਤਾ ਦੇ ਖੁੱਲੇ ਹੱਥ ਦਾ ਛਾਪ ਗੁਰੂ ਨਾਨਕ ਦੇ ਸਵੈ ਤਰ੍ਹਾਂ ਦੇ ਚਿਹਰੇ ਦੇ ਉੱਤੇ ਉਹ ਛਪ ਗਿਆ। ਆਪੋ ਸਤਿਨਾਮ। ਖੱਬੇ ਹੱਥ ਦੇ ਨਾਲ ਜਿਹੜਾ ਗਲ ਤੇ ਤਮਾਚਾ ਮਾਰਿਆ ਹੈ, ਸੱਜੀ ਗਲ ਦੇ ਉੱਤੇ ਕੁੜਪੜੀ ਦੇ ਕੋਲ, ਇਹਦੇ ਉਹਦਾ ਰੰਗ ਜਿਵੇਂ ਸਫੈਦ ਕਮਲ ਦੇ ਫੁੱਲ ਤੇ ਭਵਰਾ ਅੱਗੇ ਪੈਂਦੇ ਇਦਾਂ ਦਾ ਹੋ ਗਿਆ ਹੈ ਜੀ। ਬਾਮ ਹੱਥ ਤੇ ਤੈਨ ਕੰਡ ਸਕਲ, ਹਨੀ ਚਪੇਟਨ ਨਿਸ ਕਰ ਨਿਜ ਬਲ। ਕਹਿੰਦਾ ਇੱਕ ਨਹੀਂ ਦੋ ਨਹੀਂ, ਗੁੱਸੇ 'ਚ ਆਇਆ ਕਾਬੂ ਵਿੱਚ ਨਹੀਂ। ਪਰ ਨਾਲੇ ਜਿਹੜਾ ਗੁਰੂ ਨਾਨਕ ਦਾ ਸੁਭਾਅ ਹੈ, ਠਹਿਰਿਆ ਹੈ, ਇਹ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਕਹਿੰਦੇ ਨੇ ਕਿ ਉਹਦੀ ਵੀ ਤ੍ਰਿਪਤੀ ਹੋ ਜਾਵੇਗੀ। ਆਪੋ ਸਤਿਨਾਮ। ਇੱਕ ਨਹੀਂ ਦੋ ਨਹੀਂ, ਕਈ ਚਪੇੜਾਂ ਮਾਰ ਦਿੱਤੀਆਂ ਗੁਰੂ ਨਾਨਕ ਦੀ ਸੱਜੀ ਗਲ ਦੇ ਉੱਤੇ। ਕਿਵੇਂ ਨਿਸ਼ਾਨ ਪਾਏ ਨੇ, ਕਿਵੇਂ ਗੁਰੂ ਨਾਨਕ ਉਸ ਪ੍ਰੇਮ ਭਰੀ ਵਾਰਤਾ ਨੂੰ ਸੀਨੇ 'ਚ ਸਹਿ ਰਹੇ ਨੇ। ਆਉਣ ਵਾਲੇ ਦਿਨ ਵਿੱਚ ਉਹ ਸੰਗਤ ਭਾਈ ਜੀ ਤੋਂ ਸਰਵਣ ਕਰਾਂਗੇ। ਸਵਾਬ ਪ੍ਰੇਮ ਦੇ ਨਾਲ ਉਸ ਵੱਡਿਆਂ ਭਾਗਾਂ ਵਾਲੇ ਗੁਰੂ ਨੂੰ ਨਮਸਕਾਰ ਕਰੀਏ। ਐਸੇ ਤੋਂ ਹਾਲ ਪਲ ਜਾਈਏ, ਆਪ ਮੁਕਤ ਹੋਏ ਤਾਰੇ। ਚਪੇੜਾਂ ਸਾਡੇ ਮੁਖ ਤੇ ਨੇ, ਗੁਰੂ ਨਾਨਕ ਦੇ ਮੁਖ ਤੇ ਨੇ। ਉਹ ਚਪੇੜਾਂ ਗੁਰੂ ਨਾਨਕ ਨੇ ਸਾਡੇ ਲਈ ਹੋਈ, ਸਾਨੂੰ ਪੂਰਨੇ ਪਾ ਕੇ ਦੱਸ ਰਹੇ ਨੇ ਕਿ ਜਿਹੜਾ ਪੂਰਨੇ ਪਾ ਲਿਆ ਹੈ ਕਾਹਦੇ ਵਾਸਤੇ? ਜਗਤ ਨੂੰ ਖਾਣ ਵਾਸਤੇ, ਉਭਾਰਨ ਵਾਸਤੇ। ਔਰ ਚਪੇੜਾਂ ਖਾ ਲਿਆ ਸਾਡੇ ਵਾਸਤੇ। ਤੇ ਅੱਜ ਵੀ ਸਾਡੇ ਮੂੰਹ ਤੇ ਵੱਜਣੇ ਨੂੰ ਅਸੀਂ ਖਤਰਾ ਨੂੰ ਕਰ ਲੈਂਦੇ। ਆਪੋ ਸਤਿਨਾਮ। ਗੁਰੂ ਨਾਨਕ ਦੀ ਉਸ ਭਾਵਨਾ, ਉਸ ਫੀਲਿੰਗ ਨੂੰ ਅਸੀਂ ਅਜੇ ਵੀ ਨਹੀਂ ਸਮਝੇ। ਸਾਡਾ ਵਪਾਰ ਅੱਜ ਵੀ ਕੱਚਾ ਹੈ, ਅੱਜ ਵੀ ਝੂਠਾ ਹੈ। ਉੱਥੋਂ ਦੇ ਲੋਕ ਕਹਿੰਦੇ ਗੁਰੂ ਨਾਨਕ ਨੇ ਖਰਾ ਸੌਦਾ ਕੀਤਾ, ਸੱਚਾ ਸੌਦਾ ਕੀਤਾ। ਅਸੀਂ ਅੱਜ ਵੀ ਇਕੱਠਾ ਹੀ ਕਰ ਰਹੇ ਹਾਂ। ਆਪੋ ਸਤਿਨਾਮ। ਉਹ ਜੋ ਪਾਏ ਪੂਰੇ ਨੇ, ਉਹਨਾਂ ਪੂਰਨਿਆਂ ਤੇ ਚੱਲਣ ਦੀ ਲੋੜ ਹੈ। ਜਿਹੜੇ ਗੁਰੂ ਨਾਨਕ ਨੇ ਲੰਗਰ ਲਗਾਏ ਨੇ, ਉਹਨਾਂ ਦੀ ਭਾਵਨਾ ਚਾਹੀਦੀ ਹੈ। ਸਾਡਾ ਲੰਗਰ ਨਹੀਂ ਹੈ, ਇਹ ਲੰਗਰ ਕਿਹਦਾ ਹੈ? ਗੁਰੂ ਨਾਨਕ ਦਾ। ਉਹਦੇ ਦਿੱਤੇ ਵਿੱਚੋਂ ਅਸੀਂ ਉਹਨੂੰ ਕੀ ਦੇ ਸਕਦੇ ਹਾਂ? ਆਪੋ ਸਤਿਨਾਮ। ਤੇਰਾ ਦਿਲ ਤੋਂ ਸੱਪ ਤੇ ਕਿਆ ਲਾਗੇ ਤੇਰੇ। ਅੱਜ ਵੀ ਸਾਡੀਆਂ ਤਰਫੋਂ ਮੇਰੀਆਂ ਪੰਨਾਂ ਬੱਝੀਆਂ ਹੋਈਆਂ ਨੇ। ਜੋ ਲਾਉਂਦਾ ਹੈ ਲੰਗਰ, ਉਹ ਆਪਣੇ ਆਪ ਨੂੰ ਦਾਤਾ ਸਮਝਣ ਲੱਗ ਪੈਂਦਾ ਹੈ। ਆਪੋ ਸਤਿਨਾਮ। ਸਤਿਨਾਮ ਦਾ ਦਾਤਾ ਇੱਕ ਹੈ। ਤੇ ਅਸੀਂ ਕਹਿੰਦੇ ਕਿ ਅਸੀਂ ਕਰਦੇ ਹਾਂ, ਉਹਦੇ ਦਿੱਤਿਆਂ ਵਿੱਚੋਂ ਟੱਕਰ ਕਰਕੇ ਆਪਣੀ ਹਉਮੈ, ਆਪਣੀ ਤ੍ਰਿਸ਼ਨਾ, ਆਪਣੀਆਂ ਕਾਮਨਾਵਾਂ, ਆਪਣੀਆਂ ਭਾਵਨਾਵਾਂ ਹੋਰ ਭੜਕਾਉਂਦੇ ਹਾਂ। ਗੁਰੂ ਨਾਨਕ ਠੰਡ ਪਾ ਰਹੇ ਨੇ, ਚਪੇੜੇ ਖਾ ਕੇ ਵੀ, ਰੱਸੀ ਮਾਰ ਕੇ ਵੀ ਚੈਨ ਨਹੀਂ ਲੈ ਰਹੇ। ਆਪੋ ਸਤਿਨਾਮ। ਉਹ ਦਿੱਤਾ ਹੋਇਆ ਲੰਗਰ ਅੱਜ ਵੀ ਚੱਲ ਰਿਹਾ ਹੈ ਤੇ ਚੱਲੇਗਾ। ਕਿਤੇ ਜਾ ਕੇ ਵੇਖੋ, ਉਹਨਾਂ ਬਾਰਡਰਾਂ ਦੇ ਉੱਤੇ, ਦਿੱਲੀ ਦੇ ਆਸੇ ਪਾਸੇ ਸਰਕਾਰ ਨੂੰ ਵੱਡਾ ਵਕਤ ਹੈ। ਭਾਵ ਜਿੱਥੇ ਇੱਕ ਸਵਾਦੀ ਬਣਾਇਆ ਗੁਰੂ ਨਾਨਕ ਨੇ, ਉੱਥੇ ਭੁੱਖ ਬੜੀ ਇੰਨੀ ਸੀ ਜਿਹਦਾ ਹਿਸਾਬ ਕੋਈ ਨਹੀਂ। ਆਪੋ ਸਤਿਨਾਮ। ਜਿਹੜੇ ਲੰਗਰ ਚੱਲ ਰਹੇ, ਲੋਕ ਤ੍ਰਿਪਤ ਹੋ ਰਹੇ ਨੇ ਉੱਥੇ, ਹਜ਼ਾਰਾਂ ਦੀ ਗਿਣਤੀ, ਲੱਖਾਂ ਦੀ ਗਿਣਤੀ ਦੇ ਵਿੱਚ। ਉਹਨਾਂ ਦੇ ਭਾਅ ਦਾ ਗੁਰੂ ਨਾਨਕ ਉੱਥੇ ਪਹੁੰਚ ਰਿਹਾ ਲੰਗਰ ਲੈ ਕੇ। ਸੋ ਭਾਈ, ਇਹ ਲੰਗਰ ਦਾ ਭਾਵ ਬੜਾ ਪ੍ਰਬਲ ਹੈ। ਪ੍ਰੇਮ ਦੇ ਨਾਲ, ਸਦਭਾਵਨਾ ਦੇ ਨਾਲ, ਸਤ ਵਚਨ ਕਹਿ ਕੇ ਇਹ ਲੰਗਰ ਵਰਤਾਇਆ ਕਰੋ, ਪਕਾਇਆ ਕਰੋ, ਛਕਿਆ ਕਰੋ। ਛਕਣ ਦੇ ਨਾਲ ਵੀ ਤ੍ਰਿਪਤੀ ਆਉਂਦੀ ਹੈ, ਪਕਾਉਣ ਦੇ ਨਾਲ ਵੀ ਤ੍ਰਿਪਤੀ ਆਉਂਦੀ ਹੈ, ਬਣਾਉਣ ਦੇ ਨਾਲ ਵੀ ਤ੍ਰਿਪਤੀ ਆਉਂਦੀ ਹੈ। ਤ੍ਰਿਪਤੀ ਦਾ ਇਹ ਸਰੂਪ ਹੈ ਗੁਰੂ ਨਾਨਕ। ਉਹ ਭਾਵਨਾ ਸਾਡੇ ਵਿੱਚ ਵਿਦਮਾਨ ਹੋ ਜਾਵੇ। ਇਹਦੇ ਅੱਖਰ ਪ੍ਰਭੂ ਬਹੁਤ ਵੱਡੀਆਂ ਗਲਤੀਆਂ ਦੀ ਕਿਸ਼ਮਾਂ ਸਵਾਲ ਪ੍ਰੇਮ ਦੇ ਨਾਲ ਫਤਿਹ ਦੀ ਸੰਤ ਕਰਕੇ ਸਤਿਗੁਰਾਂ ਦਾ ਦਿੱਤਾ ਹੋਇਆ ਕੀਰਤਨ ਆਜ ਵਿੱਚ ਤੇ ਰਸਤੇ ਪਈਓ ਸਾਧ ਸੰਤੋ ਵਿਚਾਰੋ ਬੜੀ ਰਸਮਾਂ ਨੂੰ ਪ੍ਰਾਪਤ ਕਰੀਏ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ